ਹੁਣ ਗੱਲ ਐਂਟਰੀ ਦੀ, ਜੋ ਸੂਬਿਆਂ ਦੇ ਵਿੱਚ ਐਂਟਰੀ ਹੁੰਦੀ ਹੈ ਉਸ ਨੂੰ ਲੈ ਕੇ ਵੀ ਕੇਂਦਰੀ ਸਿਹਤ ਮੰਤਰਾਲੇ ਦੇ ਵੱਲੋਂ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਤੇ ਸਾਫ਼ ਕੀਤਾ ਗਿਆ ਕਿ ਐਂਟਰੀ ਆਰਟੀ-ਪੀਸੀਆਰ ਦੇ ਨਾਲ ਨਾ ਹੋਵੇ। यानी कि पहला सी कि आरटी-पीसीआर टेस्ट ਤੁਹਾਨੂੰ ਕਰਵਾਉਣਾ ਹੋਏਗਾ ਜੇਕਰ ਤੁਸੀਂ ਇੱਕ ਸੂਬੇ ਚੋਂ ਦੂਜੇ ਸੂਬੇ ਦੇ ਉੱਤੇ ਜਾਣਾ ਹੈ। ਬਹੁਤ ਸਾਰੇ ਸੂਬਿਆਂ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਸਨ ਤੇ ਹੁਣ ਉਸ ਨੂੰ ਲੈ ਕੇ ਨਿਰਦੇਸ਼ ਦਿੱਤੇ ਗਏ ਨੇ ਕਿ ਜੀ ਨਹੀਂ, ਇਸ ਦੀ ਜ਼ਰੂਰਤ ਨਹੀਂ ਹੋਵੇਗੀ। ਆਵਾਜਾਈ ਦੇ ਲਈ ਹੁਣ ਆਰਟੀ-ਪੀਸੀਆਰ ਦੀ ਜ਼ਰੂਰਤ ਨਹੀਂ ਹੈ। ਕੇਂਦਰ ਦੇ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ। ਇੱਕ ਸੂਬੇ ਤੋਂ ਦੂਜੇ ਸੂਬੇ ਦੇ ਵਿੱਚ ਜਾਣ ਦੇ ਲਈ ਆਰਟੀ-ਪੀਸੀਆਰ ਜ਼ਰੂਰੀ ਨਹੀਂ ਹੈ। ਕਈ ਸੂਬੇ ਨੇ ਐਂਟਰੀ ਦੇ ਲਈ ਨੈਗੇਟਿਵ ਰਿਪੋਰਟ ਲਾਜ਼ਮੀ ਕੀਤੀ ਸੀ। पंजाब भी उन्होंने विचों एक है, हिमाचल प्रदेश भी उन्होंने विचों एक है, चंडीगढ़ भी उन्होंने विचों एक है जिन्होंने स्टेट दे विच एंट्री तो पहला आरटी-पीसीआर टेस्ट लाजमी कर दिता सी। खैर सूबा सरकारां हुण किता गया है केंद्रीय सेहत मंत्रालय दे वल्लों। ਹੁਣ ਗੱਲ ਕਰਦੇ ਹਾਂ ਅੰਕੜਿਆਂ ਦੀ। ਪੰਜਾਬ ਦੇ ਵਿੱਚ ਜਿਹੜੇ ਅੰਕੜੇ ਕੋਰੋਨਾ ਦੇ ਨਵੇਂ ਸਾਹਮਣੇ ਆਏ ਨੇ, ਨਵੇਂ ਕੇਸਿਸ ਦੇ ਸਾਹਮਣੇ ਆਏ ਨੇ ਪਿਛਲੇ 24 ਘੰਟਿਆਂ ਦੇ ਵਿੱਚ ਕੇਸਿਸ ਲਗਾਤਾਰ ਸਾਹਮਣੇ ਆ ਰਹੇ ਨੇ। ਚਿੰਤਾ ਵਾਲੀ ਗੱਲ ਇਹ ਹੈ ਕਿ ਪੰਜਾਬ 'ਚ ਪਿਛਲੇ 24 ਘੰਟਿਆਂ ਦੇ ਵਿੱਚ 217 ਲੋਕਾਂ ਦੀ ਮੌਤ ਹੋਈ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ ਪੰਜਾਬ ਦੇ ਵਿੱਚ ਮੌਤਾਂ ਦਾ, ਜੋ 24 ਘੰਟਿਆਂ ਦੇ ਵਿੱਚ ਰਿਪੋਰਟ ਕੀਤਾ ਗਿਆ ਹੈ। ਪੂਰੇ ਪੰਜਾਬ ਦੇ ਅੰਕੜੇ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਤੁਹਾਨੂੰ ਦੱਸ ਦਈਏ ਕਿ 8600 ਤੋਂ ਜ਼ਿਆਦਾ ਨਵੇਂ ਕੇਸ ਰਿਪੋਰਟ ਕੀਤੇ ਗਏ ਨੇ। ਇਸ ਸਮੇਂ ਲੁਧਿਆਣਾ ਤੇ ਬਠਿੰਡਾ ਮੌਤਾਂ ਦੇ ਅੰਕੜਿਆਂ ਦੇ ਵਿੱਚ ਸਭ ਤੋਂ ਅੱਗੇ ਹੈ। ਬਹੁਤ ਚਿੰਤਾ ਵਾਲੀ ਗੱਲ ਹੈ, ਲੁਧਿਆਣਾ ਦੇ ਵਿੱਚ ਤਾਂ 24 ਘੰਟਿਆਂ 'ਚ 30 ਲੋਕਾਂ ਦੀ ਮੌਤ ਹੋ ਗਈ, ਬਠਿੰਡਾ ਦੇ ਵਿੱਚ 27 ਲੋਕਾਂ ਦੀ ਮੌਤ ਹੋ ਗਈ। ਯਾਨੀ ਕਿ ਲੁਧਿਆਣਾ 'ਚ ਹਰ 1 ਘੰਟੇ ਦੇ ਵਿੱਚ ਇੱਕ ਤੋਂ ਜ਼ਿਆਦਾ ਸ਼ਖਸ ਦੀ ਮੌਤ ਹੋ ਰਹੀ ਹੈ ਕੋਰੋਨਾ ਦੀ ਵਜ੍ਹਾ ਦੇ ਨਾਲ। ਉੱਥੇ ਇੱਕ ਦਿਨ ਦੇ ਵਿੱਚ 8600 ਤੋਂ ਵੱਧ ਨਵੇਂ ਮਾਮਲੇ ਰਿਪੋਰਟ ਕੀਤੇ ਗਏ ਨੇ। ਸੂਬੇ 'ਚ ਇਸ ਵੇਲੇ 76000 ਤੋਂ ਵੱਧ ਐਕਟਿਵ ਕੇਸ ਸਾਹਮਣੇ ਆਏ ਨੇ। ਪੰਜਾਬ ਦੇ ਵਿੱਚ 9652 ਮਰੀਜ਼ ਆਕਸੀਜਨ ਸਪੋਰਟ ਦੇ ਉੱਤੇ ਨੇ ਤਾਂ ਕੇਸਿਸ ਦੀ ਗਿਣਤੀ ਜੋ ਚਿੰਤਾ ਨੂੰ ਵਧਾਉਣ ਵਾਲੀ ਹੈ। ਪੰਜਾਬ ਦੇ ਅੰਕੜੇ ਗ੍ਰਾਫਿਕਸ ਦੇ ਜ਼ਰੀਏ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਜੋ ਅਸੀਂ ਜ਼ਿਕਰ ਕਰ ਰਹੇ ਹਾਂ, 8600 ਤੋਂ ਜ਼ਿਆਦਾ ਨਵੇਂ ਕੇਸ, 9652 ਮਰੀਜ਼ ਕੋਰੋਨਾ ਦੇ ਠੀਕ ਹੋਏ ਨੇ। ਇਹ ਵੀ ਤੁਹਾਨੂੰ ਦੱਸ ਦਈਏ ਕਿ 217 ਲੋਕਾਂ ਦੀ ਮੌਤ 24 ਘੰਟਿਆਂ ਦੇ ਵਿੱਚ ਕੋਰੋਨਾ ਦੀ ਵਜ੍ਹਾ ਨਾਲ ਪੰਜਾਬ ਦੇ ਵਿੱਚ ਹੋਈ ਹੈ। ਤੇ ਹੁਣ ਤੁਹਾਨੂੰ ਮੌਤਾਂ ਦਾ ਅੰਕੜਾ ਦਿਖਾਣੇ ਪੰਜਾਬ ਦੇ ਵਿੱਚ ਜਿਹੜਾ ਚਿੰਤਾ ਨੂੰ ਵਧਾਉਣ ਵਾਲਾ ਹੈ। ਪਿਛਲੇ 5 ਦਿਨਾਂ ਦਾ ਅੰਕੜਾ ਦਿਖਾਵਾਂਗੇ ਜੋ ਮੈਂ ਪਹਿਲਾਂ ਜ਼ਿਕਰ ਕੀਤਾ ਕਿ 217 ਦਾ ਅੰਕੜਾ ਵੱਡਾ ਹੁਣ ਤੱਕ ਦਾ। 7 ਮਈ ਤੋਂ ਲੈ ਕੇ 11 ਮਈ ਤੱਕ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਹਾਲਾਤ ਬਦਲੇ ਨੇ, ਕੇਸਿਸ ਵੀ ਤੁਹਾਨੂੰ ਦਿਖਾਵਾਂਗੇ। ਪਰ ਪਹਿਲਾਂ ਨਜ਼ਰ ਜਿਹੜੇ ਮੌਤਾਂ ਦੇ ਅੰਕੜੇ ਨੇ ਉਹਨਾਂ ਦੇ ਉੱਤੇ। 7 ਮਈ ਨੂੰ 165 ਲੋਕਾਂ ਦੀ ਮੌਤ ਹੋਈ ਸੀ, ਉਸ ਤੋਂ ਬਾਅਦ ਵੱਧਦਾ ਜਾ ਰਿਹਾ ਗ੍ਰਾਫ। 8 ਮਈ ਨੂੰ 171 ਲੋਕਾਂ ਦੀ ਮੌਤ, 9 ਮਈ ਨੂੰ 191 ਲੋਕਾਂ ਦੀ ਮੌਤ, 10 ਮਈ ਨੂੰ 198 ਲੋਕਾਂ ਦੀ ਮੌਤ, 11 ਮਈ ਨੂੰ 217 ਲੋਕਾਂ ਦੀ ਮੌਤ ਕੋਰੋਨਾ ਦੀ ਵਜ੍ਹਾ ਦੇ ਨਾਲ ਹੋਈ ਹੈ। ਤਾਂ ਇਹ ਮੌਤਾਂ ਦਾ ਅੰਕੜਾ ਹੈ ਜੋ 24 ਘੰਟਿਆਂ ਦੇ ਵਿੱਚ ਸਾਹਮਣੇ ਆਉਂਦਾ ਹੈ। ਇੱਕ ਇੱਕ ਦਿਨ ਦਾ ਅਸੀਂ ਤੁਹਾਨੂੰ ਪਿਛਲੇ 5 ਦਿਨਾਂ ਦਾ ਦੱਸਿਆ। ਹੁਣ ਅੱਗੇ ਵਧਦੇ ਹਾਂ ਤੇ ਗੱਲ ਹੋਵੇਗੀ ਹੁਣ ਨਵੇਂ ਕੇਸਿਸ ਦੀ। ਨਵੇਂ ਮਰੀਜ਼ਾਂ ਦਾ ਅੰਕੜਾ ਪੰਜਾਬ ਦੇ ਵਿੱਚ 8000 9000 ਦੇ ਵਿਚਾਲੇ ਬਣਿਆ ਹੋਇਆ ਹੈ। ਖਾਸ ਇਹ ਹੈ ਕਿ 8 ਮਈ ਦੇ ਦਿਨ ਸਭ ਤੋਂ ਜ਼ਿਆਦਾ ਕੇਸ ਰਿਪੋਰਟ ਕੀਤੇ ਗਏ ਸੀ, 9100 9000 ਕ੍ਰਾਸ ਕਰ ਗਿਆ ਸੀ, ਸਭ ਤੋਂ ਵੱਡਾ ਅੰਕੜਾ ਸੀ। ਪਰ ਉਸ ਤੋਂ ਬਾਅਦ 9000 ਤੋਂ ਹੇਠਾਂ ਹੀ ਇਹ ਅੰਕੜਾ ਰਿਹਾ ਹੈ। 7 ਮਈ ਨੂੰ 8367 ਕੇਸ ਸੀ, 8 ਮਈ ਨੂੰ 9100 ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ, 9 ਮਈ ਨੂੰ 8531, 10 ਮਈ ਨੂੰ 8625, 11 ਮਈ ਨੂੰ 8668 ਇਹ ਕੇਸਿਸ ਰਿਪੋਰਟ ਕੀਤੇ ਗਏ ਨੇ ਪੂਰੇ ਪੰਜਾਬ ਦੇ ਵਿੱਚ। ਗੁਆਂਢੀ ਸੂਬੇ ਦਾ ਵੀ ਹਾਲ ਤੁਹਾਨੂੰ ਦਿਖਾ ਦਿੰਦੇ ਹਾਂ। ਹਰਿਆਣਾ, ਹਿਮਾਚਲ, ਚੰਡੀਗੜ੍ਹ ਸਭ ਦਾ ਦੱਸਾਂਗੇ। ਸ਼ੁਰੂਆਤ ਹਰਿਆਣਾ ਤੋਂ। ਹਰਿਆਣਾ ਦਾ ਅਸੀਂ ਜ਼ਿਕਰ ਕਰੀਏ 11000 ਦੇ ਕਰੀਬ ਨਵੇਂ ਕੇਸ ਨੇ, 11637 ਹਰਿਆਣਾ ਦੇ ਵਿੱਚ ਰਿਪੋਰਟ ਕੀਤੇ ਗਏ ਨੇ ਪਿਛਲੇ 24 ਘੰਟਿਆਂ ਦੇ ਵਿੱਚ। 15728 ਲੋਕਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ ਹੈ। ਇਹ ਹਰਿਆਣਾ ਦਾ ਅੰਕੜਾ ਮੈਂ ਤੁਹਾਨੂੰ ਦਿਖਾ ਰਿਹਾ ਹਾਂ। ਇਹ ਵੀ ਤੁਹਾਨੂੰ ਦੱਸ ਦਈਏ ਕਿ 144 ਮਰੀਜ਼ਾਂ ਦੀ ਮੌਤ ਕੋਰੋਨਾ ਦੀ ਵਜ੍ਹਾ ਦੇ ਨਾਲ ਹਰਿਆਣਾ ਦੇ ਵਿੱਚ ਹੋਈ ਹੈ। ਤੇ ਜੇ ਹਰਿਆਣਾ ਦੇ ਅੰਕੜਿਆਂ ਨੂੰ ਅਸੀਂ ਦੇਖੀਏ ਤਾਂ 15000 ਦੇ ਨੇੜੇ ਅੰਕੜੇ ਪਹੁੰਚ ਗਏ ਸੀ, ਤਾਂ ਨਵੇਂ ਕੇਸਿਸ ਘਟ ਕੇ 11637 ਤੱਕ ਆਏ ਨੇ। ਇਹ ਵੀ ਇੱਕ ਵੱਡੀ ਗੱਲ ਹੈ ਕਿ ਹਰਿਆਣਾ ਦੇ ਵਿੱਚ ਪਿਛਲੇ ਕਰੀਬ 8 ਤੋਂ 10 ਦਿਨਾਂ ਤੋਂ ਲਾਕਡਾਊਨ ਹੈਗਾ। ਤਾਂ ਲਾਕਡਾਊਨ ਦਾ ਅਸਰ ਤੁਸੀਂ ਲਾਜ਼ਮੀ ਤੌਰ ਦੇ ਉੱਤੇ ਕਹਿ ਸਕਦੇ ਹੋ। ਹਰਿਆਣਾ ਤੋਂ ਬਾਅਦ ਅਸੀਂ ਰੁਕ ਕਰਦੇ ਹਾਂ ਹਿਮਾਚਲ ਦਾ। ਹਿਮਾਚਲ ਦੇ ਵਿੱਚ ਵੀ ਸਖਤੀ ਹੈ, ਪਰ ਹਿਮਾਚਲ ਦੇ ਵਿੱਚ ਕੋਰੋਨਾ ਦੇ ਕੇਸਿਸ ਲਗਾਤਾਰ ਵੱਧ ਰਹੇ ਨੇ। ਤੇ ਕੋਰੋਨਾ ਦੇ ਕੇਸਿਸ ਇਹ ਵੀ ਤੁਹਾਨੂੰ ਦੱਸ ਦਈਏ ਕਿ ਦੇਸ਼ ਦੇ ਜਿਹੜੇ ਸੂਬਿਆਂ ਦੇ ਵਿੱਚ ਇਸ ਸਮੇਂ ਜ਼ਿਆਦਾ ਸਪੀਡ ਨਾਲ ਵੱਧ ਰਹੇ ਨੇ ਉਹਨਾਂ ਦੇ ਵਿੱਚ ਪੰਜਾਬ ਤੇ ਹਿਮਾਚਲ ਸ਼ਾਮਲ ਹੈ। ਨਵੇਂ ਕੇਸ ਹਿਮਾਚਲ ਦੇ ਵਿੱਚ ਇੱਕ ਦਿਨ ਦੇ ਵਿੱਚ 4977 ਰਿਪੋਰਟ ਕੀਤੇ ਗਏ ਨੇ, 3098 ਲੋਕ ਠੀਕ ਹੋਏ ਨੇ, 64 ਲੋਕਾਂ ਦੀ ਮੌਤ ਕੋਰੋਨਾ ਦੀ ਵਜ੍ਹਾ ਦੇ ਨਾਲ ਹੋਈ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ। ਹਿਮਾਚਲ ਤੋਂ ਬਾਅਦ ਰੁਕ ਕਰ ਲੈਣੇ ਚੰਡੀਗੜ੍ਹ ਦਾ, ਰਾਜਧਾਨੀ ਪੰਜਾਬ ਹਰਿਆਣਾ ਦੀ। ਚੰਡੀਗੜ੍ਹ ਦੇ ਵਿੱਚ ਵੀ ਪਾਬੰਦੀਆਂ ਤਾਂ ਬਹੁਤ ਸਾਰੀਆਂ ਨੇ, 6 ਵਜੇ ਹੀ ਕਰਫਿਊ ਲੱਗ ਜਾਂਦਾ ਹੈ, ਪਰ ਕੋਰੋਨਾ ਦੇ ਕੇਸਿਸ ਲਗਾਤਾਰ ਸਾਹਮਣੇ ਆ ਰਹੇ ਨੇ। 787 ਨਵੇਂ ਕੇਸ ਰਿਪੋਰਟ ਕੀਤੇ ਗਏ ਨੇ।
805 ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਅੰਕੜਾ ਥੋੜਾ ਜਿਹਾ ਰਾਹਤ ਵਾਲਾ ਕਿ ਨਵੇਂ ਕੇਸਿਸ ਤੋਂ ਜ਼ਿਆਦਾ ਠੀਕ ਹੋਣ ਵਾਲਿਆਂ ਦੀ ਗਿਣਤੀ ਹੈ। 10 ਲੋਕਾਂ ਦੀ ਮੌਤ ਕੋਰੋਨਾ ਦੀ ਵਜ੍ਹਾ ਦੇ ਨਾਲ ਹੋਈ ਹੈ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਹੋਵੇਗੀ NHM ਮੁਲਾਜ਼ਮਾਂ ਦੀ। ਜਿਹਾਂ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਭਰਤੀ ਕੀਤੇ ਗਏ ਮੁਲਾਜ਼ਮ ਜੋ ਹੜਤਾਲ ਦੇ ਉੱਤੇ ਚੱਲ ਰਹੇ ਸੀ, ਉਹਨਾਂ ਦੇ ਨਾਲ ਜੁੜੀ ਹੋਈ ਖਬਰ ਇਹ ਹੈ ਕਿ ਸਰਕਾਰ ਦੇ ਵੱਲੋਂ ਉਹਨਾਂ ਨੂੰ ਇੱਕ ਹੋਰ ਮੌਕਾ ਦਿੱਤਾ ਗਿਆ ਸੀ ਕਿ ਜਿਹੜੇ ਸੋਮਵਾਰ 10 ਵਜੇ ਤੱਕ ਜੁਆਇਨ ਨਹੀਂ, ਜਿਨ੍ਹਾਂ ਨੇ ਕੀਤਾ ਹੜਤਾਲ ਵਾਪਸ ਨਹੀਂ ਲਈ, ਉਹ ਮੰਗਲਵਾਰ ਸ਼ਾਮ 5 ਵਜੇ ਤੱਕ ਵਾਪਸ ਆ ਜਾਣ, ਉਹਨਾਂ ਨੂੰ ਬਹਾਲ ਕਰ ਦੇਵਾਂਗੇ। ਨਾ ਤਾਂ ਇਹ ਵੀ ਤੁਹਾਨੂੰ ਦੱਸ ਦਈਏ ਕਿ ਕੱਲ ਸ਼ਾਮ 5 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ। ਵਾਪਸ ਆਏ ਮੁਲਾਜ਼ਮਾਂ ਨੂੰ ਮੁੜ ਜੁਆਇਨ ਕਰਵਾ ਦਿੱਤਾ ਗਿਆ। ਜੋ ਅੱਜ ਵੀ ਹੜਤਾਲ ਕਰੇਗਾ ਉਹ ਬਰਖਾਸਤ ਕਰ ਦਿੱਤਾ ਜਾਵੇਗਾ, ਸਰਕਾਰ ਦੇ ਵੱਲੋਂ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਗਿਆ ਹੈ। ਮਾਮਲਾ ਤੁਹਾਨੂੰ ਪੂਰਾ ਦੱਸ ਦਿਆਂ। NHM ਦੇ ਮੁਲਾਜ਼ਮ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਹੜਤਾਲ ਦੇ ਉੱਤੇ ਪਿਛਲੇ ਕਈ ਦਿਨਾਂ ਤੋਂ ਨੇ। ਸਰਕਾਰ ਨੇ ਪਹਿਲਾਂ ਚੇਤਾਵਨੀ ਦਿੱਤੀ ਤੇ ਉਸ ਤੋਂ ਬਾਅਦ ਐਤਵਾਰ ਨੂੰ ਇੱਕ ਹੁਕਮ ਜਾਰੀ ਕੀਤੇ ਗਏ ਕਿ ਸੋਮਵਾਰ ਸਵੇਰੇ 10 ਵਜੇ ਤੱਕ ਜਿਨ੍ਹਾਂ ਨੇ ਜੁਆਇਨ ਨਹੀਂ ਕੀਤਾ ਉਹ ਨੌਕਰੀ ਤੋਂ ਬਰਖਾਸਤ। ਬਹੁਤ ਸਾਰੇ ਨੇ ਜੁਆਇਨ ਕਰ ਲਿਆ, ਸਰਕਾਰ ਦਾ ਦਾਅਵਾ ਹੈ। ਬਹੁਤ ਸਾਰੇ ਨੇ ਨਹੀਂ ਕੀਤਾ, ਉਹਨਾਂ ਨੂੰ ਨੌਕਰੀ ਤੋਂ ਕੱਢਣ ਦੇ ਹੁਕਮ ਜਾਰੀ ਕਰ ਦਿੱਤੇ ਗਏ। ਪਰ ਇੱਕ ਵਾਰ ਫਿਰ ਤੋਂ ਮੌਕਾ ਦਿੱਤਾ ਗਿਆ ਕਿ ਜਿਹੜੇ ਹੁਣ ਵੀ ਜੁਆਇਨ ਕਰਨਾ ਚਾਹੁੰਦੇ ਨੇ ਆ ਜਾਣ। ਮੰਗਲਵਾਰ ਸ਼ਾਮ 5 ਵਜੇ ਤੱਕ ਦਾ ਸਮਾਂ ਹੈ। ਤਾਂ ਉਸ ਤੋਂ ਬਾਅਦ ਜੋ ਅੱਜ ਵੀ ਹੜਤਾਲ ਦੇ ਉੱਤੇ ਨੇ ਉਹਨਾਂ ਦੀ ਬਰਖਾਸਤਗੀ ਹੋਵੇਗੀ। ਰੁਕ ਕਰਦੇ ਹਾਂ ਨਪਿੰਦਰ ਬਰਾੜ, ਸਾਡੇ ਸਹਿਯੋਗੀ ਬਿਊਰੋ ਚੀਫ ਨਿਊਜ਼ 18 ਪੰਜਾਬ ਦੇ ਫੋਨ ਲਾਈਨ ਤੇ ਸਾਡੇ ਨਾਲ ਨੇ। ਨਪਿੰਦਰ, ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ? NHM ਮੁਲਾਜ਼ਮਾਂ ਦਾ ਮੁੱਦਾ ਭਖਿਆ ਹੋਇਆ ਹੈ ਤੇ ਇਸ ਵਿਚਾਲੇ ਮੌਕਾ ਜ਼ਰੂਰ ਦਿੱਤਾ ਗਿਆ। ਕਿੰਨੇ ਕੁ ਮੁਲਾਜ਼ਮ ਹੁਣ ਬਾਕੀ ਰਹਿ ਗਏ ਨੇ ਹੜਤਾਲ ਦੇ ਉੱਤੇ, ਜਾਂ ਹੜਤਾਲ ਸਮਝਿਆ ਜਾਵੇ ਕਿ ਮੁਕੰਮਲ ਤੌਰ ਤੇ ਖਤਮ ਹੋ ਗਈ? ਗੌਰਵ, ਦੇਖੋ ਬਿਲਕੁਲ NHM ਮੁਲਾਜ਼ਮਾਂ ਨੂੰ ਕੱਲ ਮੌਕਾ ਦਿੱਤਾ ਗਿਆ, ਪਰ ਇਹ ਮੌਕਾ ਜਿਸ ਤਰ੍ਹਾਂ ਅਸੀਂ ਕੱਲ ਵੀ ਜ਼ਿਕਰ ਕਰ ਰਹੇ ਸੀ, ਮੌਕਾ ਬੜਾ ਜਲਦਬਾਜ਼ੀ ਦੇ ਵਿੱਚ ਦਿੱਤਾ ਗਿਆ। ਕਿਉਂਕਿ ਸਿਹਤ ਮੰਤਰੀ ਨੇ ਕੱਲ ਜਦੋਂ ਅਸੀਂ ਜਾ ਕੇ ਸਿਹਤ ਮੰਤਰੀ ਦੇ ਕੋਲੇ ਮੁੱਦਾ ਚੁੱਕਿਆ ਸੀ ਕਿ NHM ਮੁਲਾਜ਼ਮ ਜਿਹੜੇ ਜੁਆਇਨ ਕਰਨਾ ਚਾਹੁੰਦੇ ਨੇ ਉਹਨਾਂ ਦਾ ਕੀ ਹੋਏਗਾ, ਵੀ ਤੁਸੀਂ ਬੜੀ ਜਲਦਬਾਜ਼ੀ ਦੇ ਵਿੱਚ ਤੁਹਾਡੇ ਵਿਭਾਗ ਨੇ ਆਰਡਰ ਕੀਤੇ, ਬੜੀ ਜਲਦਬਾਜ਼ੀ ਦੇ ਵਿੱਚ ਉਹਨਾਂ ਨੂੰ ਬਰਖਾਸਤ ਕੀਤਾ ਗਿਆ ਔਰ ਜਲਦਬਾਜ਼ੀ ਦੇ ਵਿੱਚ ਉਹਨਾਂ ਨੂੰ ਜੁਆਇਨ ਕਰਨ ਦੇ ਲਈ ਕਹਿ ਦਿੱਤਾ ਗਿਆ। ਤਾਂ ਜੇ ਇਹਦੇ ਵਿੱਚ ਉਹਨਾਂ ਨੂੰ ਸਮਾਂ ਕਿਉਂ ਦਿੱਤਾ ਜਾ ਰਿਹਾ, ਕੀ ਮੌਕਾ ਦਿੱਤਾ ਜਾਏਗਾ? ਉਹਨਾਂ ਕਿਹਾ ਕਿ ਮੌਕਾ ਅਸੀਂ ਬਿਲਕੁਲ ਦੇ ਰਹੇ ਹਾਂ, ਦੇਣ ਤੇ ਵਿਚਾਰ ਕਰ ਰਹੇ ਹਾਂ ਔਰ ਦੇਵਾਂਗੇ। ਔਰ ਮੌਕਾ ਦਿੱਤਾ ਗਿਆ ਤੇ ਮੌਕਾ ਕੀ ਮਿਲਿਆ? ਕੁਝ ਘੰਟਿਆਂ ਦਾ, ਸ਼ਾਮ 5 ਵਜੇ ਤੱਕ ਦਾ। ਯਾਨੀ ਬਹੁਤ ਜਲਦਬਾਜ਼ੀ ਦੇ ਵਿੱਚ ਮਹਿਕਮਾ ਨਜ਼ਰ ਆਇਆ। ਕਿਉਂਕਿ ਜਦੋਂ ਤੁਸੀਂ ਦੋਨੇ ਧਿਰਾਂ ਸਹਿਮਤੀ ਵਾਲੇ ਪਾਸੇ ਚੱਲ ਪਏ ਹੋ ਤਾਂ ਘੱਟੋ ਘੱਟ ਇੱਕ ਦਿਨ ਦਾ ਮੌਕਾ ਦਿੱਤਾ ਜਾ ਸਕਦਾ ਸੀ, ਹੋਰ ਦਿੱਤਾ ਜਾ ਸਕਦਾ ਸੀ, ਅੱਜ ਸ਼ਾਮ ਤੱਕ ਦਿੱਤਾ ਜਾ ਸਕਦਾ ਸੀ, ਪਰ ਸ਼ਾਮ 5 ਵਜੇ ਤੱਕ ਦਿੱਤਾ ਗਿਆ। ਅਜਿਹੇ ਦੇ ਵਿੱਚ ਬਿਲਕੁਲ ਕਾਫੀ ਮੁਲਾਜ਼ਮਾਂ ਨੇ ਜੁਆਇਨ ਕੀਤਾ, ਪਰ ਹਲੇ ਵੀ ਕਰੀਬ 1000-1200 ਦੇ ਕਰੀਬ ਜਿਹੜਾ ਅੰਕੜਾ ਦੱਸਿਆ ਜਾ ਰਿਹਾ ਕਿ ਸ਼ਾਇਦ ਜੁਆਇਨ ਕਰ ਤੋਂ ਕਿਤੇ ਵਾਂਝਾ ਨਾ ਰਹਿ ਜੇ। ਪਰ ਕਿਉਂਕਿ ਕੱਲ ਸ਼ਾਮ ਤੱਕ ਦਾ ਟਾਈਮ ਸੀ ਤਾਂ ਸਿਹਤ ਮੰਤਰੀ ਮੁਤਾਬਕ ਉਹ ਪੂਰੇ ਡਾਟੇ ਨੂੰ ਕੰਪਾਈਲ ਕਰ ਰਹੇ ਨੇ ਔਰ ਅੱਜ ਹੋ ਸਕਦਾ ਹੈ ਕਿ ਥੋੜੀ ਦੇਰ ਤੱਕ ਜਿਹੜਾ ਹੈਗਾ ਉਹ ਡਾਟਾ ਉਹਨਾਂ ਦੇ ਕੋਲ ਹੋਵੇ। ਉਸ ਤੋਂ ਬਾਅਦ ਤਸਵੀਰ ਸਾਫ਼ ਹੋਏਗੀ ਕਿੰਨੇ ਜੁਆਇਨ ਕਰ ਗਏ, ਕਿੰਨੇ ਜੁਆਇਨ ਕਰਨ ਵਾਲੇ ਰਹਿ ਗਏ, ਕਿੰਨੇ ਹੋਰ ਜੁਆਇਨ ਕਰਨਾ ਚਾਹੁੰਦੇ ਨੇ। ਤਾਂ ਫਿਰ ਅੱਜ ਤਸਵੀਰ ਸਾਫ਼ ਹੋਏਗੀ ਕਿ ਕੀ ਜਿਹੜੇ ਹੋਰ ਰਹਿ ਗਏ ਨੇ, ਕੀ ਸਰਕਾਰ ਉਹਨਾਂ ਨੂੰ ਵੀ ਜੁਆਇਨ ਕਰਾਉਂਦੀ ਹੈ। ਕੀ ਐਸਾ ਤਾਂ ਨਹੀਂ ਕਿ ਜਿਹੜਾ ਕੱਲ ਜਲਦਬਾਜ਼ੀ ਦਾ ਫੈਸਲਾ ਸੀ ਉਸੇ ਦੇ ਨਾਲ ਗੱਲ ਨੂੰ ਨਿਬੇੜ ਦਿੱਤਾ ਜਾਵੇਗਾ? ਜੀ ਸ਼ੁਕਰੀਆ ਨਪਿੰਦਰ ਇਸ ਪੂਰੀ ਜਾਣਕਾਰੀ ਦੇ ਲਈ। ਲਾਜ਼ਮੀ ਤੌਰ ਤੇ ਹੁਣ ਸਭ ਦੀ ਨਜ਼ਰ ਇਸੇ ਦੇ ਉੱਤੇ ਹੈ ਕਿ ਜਿਨ੍ਹਾਂ ਨੇ ਜੁਆਇਨ ਕੀਤਾ ਉਹ ਕਿੰਨੇ ਨੇ, ਜਾਂ ਇਸ ਸਮੇਂ ਕੋਈ ਹੜਤਾਲ ਦੇ ਉੱਤੇ ਨੇ ਤਾਂ ਉਹ ਕੌਣ ਨੇ। ਖੈਰ ਜ਼ਰੂਰ NHM ਮੁਲਾਜ਼ਮਾਂ ਦੇ ਸਾਹਮਣੇ ਵੀ ਇੱਕ ਚੁਣੌਤੀ ਹੋਵੇਗੀ। ਇਸ ਕਰੋਨਾ ਦੇ ਕਾਲ ਦੇ ਵਿੱਚ ਸਰਕਾਰ ਨੇ ਪਹਿਲਾਂ ਹੀ ਕਿਹਾ ਸੀ, ਆਦੇਸ਼ ਜਾਰੀ ਕੀਤੇ ਸੀ ਕਿ ਜਿਸ ਨੇ ਹੜਤਾਲ ਕੀਤੀ ਉਸ ਦੇ ਉੱਤੇ ਐਕਸ਼ਨ ਹੋਵੇ।